वाहिगुरु। आसा महला पहला। दीवा मेरा एक नाम, दुख विच पाया तेल। उन चानण ओ सुखिया, चूका जम सो मेल। लोका मत को पकड़ पाए, लख मड़िया कर कट्ठे। एक रतीले भाए रहा, पिंड पत्तल मेरी केसो किरिया। सच नाम करतार, ऐतै ओतै आगे पाछै। ए मेरा आधार, गंग बनारस सिबत तुम्हारे। नावे आत्म राओ, सच्चा नावण ता थियै। जाय निस लागै भाव, एक लौकी होर चमचरे। ब्राह्मण वट पिंड खाए, नानक पिंड बख्शीश का। कभो न खूटस नाहे, एक लौकी होर चमचरे। ब्राह्मण वट पिंड खाए, नानक पिंड बख्शीश का। कभो न खूटस नाहे। वाहिगुरु जी का खालसा, वाहिगुरु जी की फतेह। गुरु प्यारी साध संगत जीओ, धन श्री गुरु नानक देव जी आसा राग विच इस शब्द उच्चारण करके सानू लिख के दस रहे हैं। साडे वास्ते संदेश है। दसदे हन दीवा मेरा एक नाम, केवल नाम ही मेरा ये दीवा है, चिराग है। क्यों ये एग्जाम्पल दे के दस रहे हैं गुरु प्यारिओ कि उन्हां समयां विच हिंदू धर्म दे मुताबक ये रिवाज रीति सन, जिस कारण दीवे आदक दे रिवाज सन, जिस कारण गुरु साहब नूं एग्जाम्पल देना पिया कि दीवा मेरा एक नाम, दुख विच पाया तेल। मेरे वास्ते ते दीवा जिहड़ा ये नाम है, ये प्रभु दा नाम जिहड़ा है, जो गुरु तो नाम मिलिया है, मेरे वास्ते ते ये नाम ही दीवा है। तो मैं इस दीवे विच दुख रूप तेल पाया है। दुख विच पाया तेल, इस दीवे विच मैं दुख रूप तेल पाया है। उन चानण ओ सुखिया, चूका जम स्यों मेल। हुण नाम दे दीवे दी रोशनी दे, जिहड़ा नाम दा दीवा है, इहदी रोशनी ने, इहदी अग ने दुख दे तेल नूं सुका दिता है। दुख दे तेल नूं इहने जिहड़ी रोशनी है इसने सुखा दिता है। अते मैं मौत दे दूत तो, मौत दे दूत नूं मिलन तो बच गया हाँ। मैं आत्मक मौते नहीं मरदा, चूका जम स्यों मेल। मैं हमेशा चढ़दी कला विच रहिंदा हाँ। मैं जमा नाल मेरा मेल ही नहीं हुंदा, क्योंकि इस दीवे दे चानन ने भाव अज्ञानता विचों निकल के ज्ञान विच गुरु दे ज्ञान लैके मेरे हिरदे च चानन हो गया है। ते मेरा इन्हां जमा नाल, काम क्रोध लोभ मोह नाल, विकारां नाल मेल ही नहीं हुंदा। इस वास्ते रहाओ दे पदे विच बख्शिश करदे ने, लोका मत को पकड़ पाए। हे दुनिया दे लोको, तुसी मेरा मखौल ना उड़ाओ, फक्कड़ ना पाओ, मेरा मखौल ना उड़ाओ। नाल एग्जाम्पल देंदे ने कि लख मड़िया कर इकट्ठे, एक रतीले भाई। लखा मण लकड़ा
ਖੁੰਡਾਂ ਦੇ ਇਕੱਠੇ ਕੀਤੇ ਹੋਏ ਢੇਰ ਲੱਕੜਾਂ ਦੇ ਢੇਰ ਨੂੰ ਸਾੜ ਵੰਜਣ ਲਈ ਭੋਰਾ ਕੂ ਪਰ ਅੱਗ ਦੀ ਲੋੜ ਪੈਂਦੀ ਹੈ। ਭਾਵੇਂ ਲੱਖਾਂ ਮਣਾ ਲੱਕੜਾਂ ਦਾ ਢੇਰ ਲਾ ਲਓ, ਇੱਕ ਰਤੀ ਕੋ ਅੱਗ ਲਾ ਦਈਏ ਤੇ ਸੜ ਕੇ ਸਵਾਹ ਹੋ ਜਾਂਦੀਆਂ ਨੇ। ਇਸ ਤਰ੍ਹਾਂ ਮੇਰੇ ਦੇਵੇ ਦੀ ਰੋਸ਼ਨੀ ਨੇ ਇਸ ਸਾਰੇ ਮੇਰੇ ਵਿਕਾਰਾਂ ਨੂੰ ਸਾੜ ਦਿੱਤਾ ਹੈ। ਪਿੰਡ ਪੱਤਲ ਮੇਰੀ ਕੇ ਸੋ ਕਿਰਿਆ, ਸਚ ਨਾਮ ਕਰਤਾਰ। ਐਥੈ ਉਥੈ ਆਗੈ ਪਾਛੈ, ਇਹ ਮੇਰਾ ਆਧਾਰ। ਪ੍ਰਭੂ ਹੀ ਮੇਰੇ ਵਾਸਤੇ ਜਵਾਂ ਦੇ ਪਿੰਡ ਦੇ ਪੱਤਿਆਂ ਦੀਆਂ ਪਲੇਟਾਂ ਹਨ। ਸਿਰਜਣਹਾਰ ਦਾ ਸੱਚਾ ਨਾਮ ਮੇਰੇ ਵਾਸਤੇ ਇਹ ਮਿਰਤਕ ਸੰਸਾਰ ਹੈ। ਭਾਵ ਕਿ ਜਿਹੜਾ ਉਹਨਾਂ ਟਾਈਮਾਂ 'ਚ ਇਹ ਰੀਤੀ ਰਿਵਾਜ ਹਿੰਦੂ ਪ੍ਰਭਾਵ ਸੀ, ਦੋ ਹੀ ਤੇ ਧਰਮ ਸਨ, ਹਿੰਦੂ ਤੇ ਮੁਸਲਮਾਨ। ਤੋ ਜੋ ਸਾਡੇ ਤੇ ਪ੍ਰਥਾ ਬ੍ਰਾਹਮਣ ਨੇ ਥਰੋਪੀ ਹੋਈ ਸੀ, ਉਹ ਜਿਹੜੀ ਬ੍ਰਾਹਮਣ ਨੇ ਇਹ ਰੀਤੀ ਰਿਵਾਜ ਇਹ ਥੋਪੇ ਹੋਏ ਸਨ, ਇਹ ਜਮਾਂ ਦਾ ਆਟਾ ਦਾ ਪਿੰਨਾ ਬਣਾ ਕੇ ਪਿੰਡ ਪੱਤਲ ਕੇਸੋ ਕਿਰਿਆ, ਪੱਤਿਆਂ ਦੀਆਂ ਪਲੇਟਾਂ ਬਣਾ ਕੇ ਉੱਤੇ ਆਟਾ ਰੱਖ ਕੇ ਤੇ ਇਹ ਜਵਾਂ ਦਾ ਆਟਾ ਦਾਨ ਲੈਂਦੇ ਸਨ। ਸਿਰਜਣਹਾਰ ਦਾ ਸੱਚਾ ਨਾਮ ਹੀ ਮੇਰੇ ਵਾਸਤੇ ਇਹ ਸੰਸਕਾਰ ਹਨ। ਮੇਰੇ ਵਾਸਤੇ ਇਹ ਮਿਰਤਕ ਦੇ ਸੰਸਾਰ, ਮਰੇ ਹੋਏ ਆਦਮੀ ਦੇ ਸੰਸਕਾਰ, ਮੇਰੇ ਵਾਸਤੇ ਇਹ ਨਾਮ ਹੀ ਹੈ। ਸੱਚਾ ਨਾਮ, ਉਸ ਸਦਾ ਰਹਿਣ ਵਾਲਾ ਨਾਮ, ਉਸ ਪਰਮੇਸ਼ਰ ਦਾ ਨਿਯਮ ਹੀ ਮੇਰੇ ਵਾਸਤੇ, ਇਹ ਜਿਹੜਾ ਨਾਮ ਹੈ ਮੇਰੇ ਵਾਸਤੇ ਇਹੋ ਹੀ ਹੈ ਸੰਸਕਾਰ। ਮੈਂ ਸੰਸਕਾਰ ਭਾਵ ਨਹੀਂ ਕਰਦਾ। ਇੱਥੇ ਉੱਥੇ ਆਗੇ ਪਾਛੈ, ਇਹ ਮੇਰਾ ਆਧਾਰ। ਇੱਥੇ ਉੱਥੇ ਭੂਤ ਤੇ ਭਵਿੱਖ ਹੈ। ਹੁਣ ਆਉਣ ਵਾਲਾ ਸਮਾਂ ਜਾਂ ਹੁਣ ਪਿਛਲਾ ਸਮਾਂ ਬੀਤਿਆ, ਇਹ ਮੇਰਾ ਆਧਾਰ, ਮੇਰਾ ਆਸਰਾ ਹੈ। ਨਾਮ ਹੀ ਮੇਰਾ ਇੱਥੇ ਆਸਰਾ ਹੈ। ਭਾਵ ਪਿਛਾਂ ਵੀ ਤੇ ਜਿਹੜਾ ਸਮਾਂ ਚੱਲ ਰਿਹਾ ਇੱਥੇ ਵੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਮੇਰਾ ਨਾਮ ਦਾ ਹੀ ਮੈਨੂੰ ਆਸਰਾ ਹੈ। ਇਹ ਸਹਾਰਾ ਦਿੰਦਾ ਹੈ ਮੈਨੂੰ। ਗੰਗ ਬਨਾਰਸ ਸਿਵਤ ਤੁਮਹਾਰੀ, ਨਾਮੈ ਆਤਮ ਰਾਓ। ਤੇਰੀ ਕੀਰਤ, ਤੇਰੀ ਸਿਫਤ ਕਰਨੀ ਮੇਰੀ ਗੰਗਾ ਤੇ ਕਾਂਸੀ ਹੈ। ਮੇਰੇ ਵਾਸਤੇ ਤੁਸੀਂ ਗੰਗਾ ਕਾਂਸੀ ਜਾਂਦੇ ਹੋ, ਮੇਰੇ ਵਾਸਤੇ ਹੇ ਰੱਬਾ ਤੇਰੀ ਸਿਫਤ ਸਲਾਹ ਕਰਨੀ ਹੀ ਮੇਰੇ ਵਾਸਤੇ ਗੰਗਾ ਦਾ ਤੀਰਥ ਹੈ ਤੇ ਕਾਂਸੀ ਦਾ ਤੀਰਥ ਹੈ। ਅਤੇ ਮੇਰੀ ਵਿਆਪਕ ਰੂਹ ਇੱਥੇ ਇਸ਼ਨਾਨ ਕਰਦੀ ਹੈ ਤੇਰੀ ਕੀਰਤ ਵਿੱਚ, ਸਤ ਸੰਗਤ ਵਿੱਚ, ਗੁਣਾਂ ਦੇ ਗਾਉਣ ਵਿੱਚ ਇਸ਼ਨਾਨ ਕਰਦੀ ਹੈ ਮੇਰੀ ਸੁਰਤ। ਤੇ ਮੇਰੇ ਵਾਸਤੇ ਇਹੋ ਕਾਂਸੀ ਦਾ ਤੀਰਥ ਹੈ, ਮੇਰੇ ਵਾਸਤੇ ਇਹੋ ਗੰਗਾ ਦਾ ਇਸ਼ਨਾਨ ਹੈ। ਸੱਚਾ ਨਾਵਣ ਤਾਂ ਥੀਐ, ਜਾਇ ਨਿਸ ਲਾਗੈ ਭਾਉ। ਜੇਕਰ ਦਿਨ ਰਾਤ ਮੇਰੀ ਪ੍ਰੀਤ ਤੇਰੇ ਨਾਲ ਲੱਗੀ ਰਹੇ, ਜਾਂ ਜੇਕਰ ਐਨਿਸ ਦਿਨ ਰਾਤ ਲਾਗੈ ਭਾਉ, ਤੇਰੇ ਨਾਲ ਪਿਆਰ ਬਣਿਆ ਰਹੇ ਜੇਕਰ, ਤਦ ਉਹ ਸੱਚਾ ਇਸ਼ਨਾਨ ਬਣ ਜਾਂਦਾ ਹੈ। ਸੱਚਾ ਨਾਵਣ ਤਾਂ ਥੀਏ, ਤਾਂ ਬਿਨਾਂ ਤਦ ਸੱਚਾ ਨਾਵਣ, ਸੱਚਾ ਇਸ਼ਨਾਨ ਬਣ ਜਾਂਦਾ ਹੈ। ਤੇਰੇ ਗੁਣਾਂ ਨਾਲ, ਤੇਰੇ ਗੁਣਾਂ ਦਾ ਇਸ਼ਨਾਨ ਬਣ ਜਾਂਦਾ ਹੈ। ਉਹ ਸੱਚਾ ਨਾਵਣ ਹੈ। ਇੱਕ ਲੋਕੀ ਹੋਰ ਚਮਚਰੀ, ਬ੍ਰਾਹਮਣ ਵਟ ਪਿੰਡ ਖਾਹੇ। ਗੁਰੂ ਸਾਹਿਬ ਸਾਡੀ ਤੇ ਤੁਹਾਡੀ ਝੋਲੀ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਜਮਾਂ ਦਾ ਪਿੰਨਾ, ਆਟੇ ਦਾ ਪਿੰਨਾ ਵੱਡੇ ਵਡੇਰਿਆਂ ਤੇ ਹੋਰ ਸਦੇਵਤਿਆਂ ਨੂੰ ਦਿੱਤੇ ਜਾਂਦੇ ਹਨ। ਇਹ ਰੀਤ ਚੱਲ ਰਹੀ ਸੀ।
ਇਹ ਰੀਤਾਂ ਚੱਲ ਰਹੀਆਂ ਸਨ ਸ਼ੁਰੂ ਤੋਂ। ਪਿੰਡ ਆਟੇ ਦਾ ਪਿੰਨਾ ਬਣਾ ਕੇ ਵੱਡਾ ਸਾਰਾ, ਤੇ ਇਹ ਦੇਵਤਿਆਂ ਨੂੰ ਬ੍ਰਾਹਮਣ ਪੂਜਾ ਕਰਵਾਉਂਦਾ ਸੀ ਵੀ ਤੁਹਾਡੇ ਵੱਡੇ ਵਡੇਰਿਆਂ ਨੂੰ ਇਹ ਪਹੁੰਚ ਜਾਏਗਾ। ਮਰੇ ਹੋਏ ਜੋ ਕਿੰਨੇ ਸਾਲਾਂ ਦੇ ਮਰ ਚੁੱਕੇ ਤੁਹਾਡੇ ਪਿੱਤਰ ਨੇ, ਉਹਨਾਂ ਤੱਕ ਪਹੁੰਚ ਜਾਏਗਾ। ਬ੍ਰਾਹਮਣ ਵੱਟ ਪਿੰਡ ਖਾਏ। ਪਰ ਹੁੰਦਾ ਕੀ ਹੈ, ਪੰਡਤ ਹੀ ਉਹਨਾਂ ਨੂੰ ਗੁੰਨ ਕੇ ਤੇ ਆਪ ਹੀ ਉਹ ਖਾ ਜਾਂਦਾ ਹੈ ਘਰ ਲਿਜਾ ਕੇ। ਉਹ ਪਿੰਨਾ ਆਪ ਹੀ ਖਾਂਦਾ ਹੈ, ਉਹਨਾਂ ਕੋਲ ਦਕਸ਼ਨਾ ਲੈਂਦਾ ਹੈ, ਤੇ ਉਹ ਬ੍ਰਾਹਮਣ ਦੇ ਨੂੰ ਫਾਇਦਾ ਹੁੰਦਾ ਹੈ। ਉਹਦਾ ਜੋ ਪਿੱਤਰ ਹਨ ਪੁਰਾਣੇ, ਉਹਨਾਂ ਨੂੰ ਕੋਈ ਉਹਦਾ ਫਾਇਦਾ ਨਹੀਂ ਹੁੰਦਾ। ਨਾਨਕ ਪਿੰਡ ਬਖਸ਼ੀਸ਼ ਕਾ ਕਬਹੂ ਨਖੂਟਸ ਨਾਹੇ। ਨਾਨਕ ਪਿੰਡ ਬਖਸ਼ੀਸ਼ ਕਾ ਕਬਹੂ ਨਖੂਟਸ ਨਾਹੇ। ਹੁਣ ਗੁਰੂ ਸਾਹਿਬ ਆਪਣਾ ਪੱਖ ਵੀ ਰੱਖਦੇ ਹਨ, ਦੱਸਦੇ ਹਨ ਪ੍ਰਭੂ ਦੀ ਦਾਤ ਰੂਪ ਚੌਲਾਂ ਦੇ ਪਿੰਨ ਕਦਾਚਿਤ ਮੁਰਦੇ ਹੀ ਮੁੱਕਦੇ ਹੀ ਨਹੀਂ ਹਨ। ਪ੍ਰਭੂ ਦੀ ਦਾਤ ਜਿਹੜੀ ਹੈ, ਪ੍ਰਭੂ ਦੀ ਦਾਤ ਰੂਪੀ ਚੌਲਾਂ ਦੇ ਪਿੰਨ, ਭਾਵ ਤੁਸੀਂ ਚੌਲਾਂ ਦੇ ਪਿੰਨ ਦਿੰਦੇ ਹੋ, ਤੇ ਜਿਹੜਾ ਪ੍ਰਭੂ ਦੀ ਦਾਤ ਮਿਲਦੀ ਹੈ ਨਾਮ ਵਿੱਚੋਂ, ਉਹਦੇ ਵਿੱਚੋਂ ਜਿਹੜਾ ਗੁਰੂ ਦੀ ਬਾਣੀ ਚੋਂ ਗਿਆਨ ਮਿਲਦਾ ਹੈ, ਚੌਲਾਂ ਦਾ ਆਟਾ ਮੇਰੇ ਵਾਸਤੇ ਉਹੀ ਹੈ, ਉਹੀ ਮੇਰੇ ਵਾਸਤੇ ਜਵਾਂ ਦਾ ਆਟਾ ਹੈ। ਤੇ ਇਹ ਜਿਹੜਾ ਆਟਾ ਹੈ ਗਿਆਨ ਰੂਪ ਆਟਾ ਕਦੇ ਮੁੱਕਦਾ ਹੀ ਨਹੀਂ। ਸੋ ਗੁਰੂ ਬਖਸ਼ਿਸ਼ ਕਰੇ, ਗੁਰੂ ਸਾਹਿਬ ਨੇ ਇਹ ਜੋ ਸਿਧਾਂਤ ਸਾਡੀ ਤੇ ਤੁਹਾਡੀ ਝੋਲੀ ਵਿੱਚ ਪਾਇਆ ਹੈ, ਇਹਨੂੰ ਅਸੀਂ ਆਪਣੇ ਆਪਣੇ ਹਿਰਦੇ ਵਿੱਚ, ਮਨ ਵਿੱਚ, ਇਸ ਦਿਮਾਗ ਵਿੱਚ ਪਾ ਕੇ ਸਮਝ ਲਈਏ, ਕਦੀ ਜਿਹੜਾ ਭੁੱਲੇ ਹੀ ਨਾ। ਤੇ ਗੁਰੂ ਬਖਸ਼ਿਸ਼ ਕਰੇ ਅਸੀਂ ਇੱਕ ਇੱਕ ਜਿਹੜਾ ਹੈ ਗਿਆਨ ਦੀ ਇੱਕ ਇੱਕ ਚੁਲੀ ਇਸ ਗੁਰੂ ਕੋਲੋਂ ਅਸੀਂ ਲੈਂਦੇ ਰਹਾਂਗੇ, ਤੇ ਤੁਹਾਡੀ ਅਸੀਂ ਝੋਲੀ ਵਿੱਚ ਪਾਉਂਦੇ ਰਵਾਂਗੇ। ਜਿੰਨੀ ਕੁ ਬੁੱਧ ਹੈ ਉਹਨਾਂ ਕੁ ਇਹਨੂੰ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ। ਤਾਂ ਤਕਰੀਬਨ ਇੱਕ ਸ਼ਬਦ ਅਸੀਂ ਲਗਭਗ ਰੋਜ਼ ਹੀ ਪਾਵਾਂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।